ਸਤਿ ਸ਼੍ਰੀ ਅਕਾਲ ਦੋਸਤੋ, ਮਾਨਸਾਪੁਰ ਜੀ ਕੇ ਚੈਨਲ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਆਪਾਂ ਮਾਡਰਨ ਹਿਸਟਰੀ ਦੇ ਜੋ ਮੌਕ ਟੈਸਟ ਸੀਰੀਜ਼ ਸਟਾਰਟ ਕੀਤੀ ਹੋਈ ਹੈ, ਫਰਦਰ ਉਹਦਾ ਅਗਲਾ ਸੈਸ਼ਨ ਕੰਟੀਨਿਊ ਕਰਾਂਗੇ। ਤਾਂ ਮੇਰਾ ਮਕਸਦ ਇਹਨਾਂ ਵੀਡੀਓਜ਼ ਦੇ ਵਿੱਚ ਇਹ ਨਹੀਂ ਹੁੰਦਾ ਸਿੰਪਲ ਮੈਂ ਕੁਐਸਚਨਸ ਦੱਸ ਕੇ ਅਤੇ ਉਹਦਾ ਆਨਸਰ ਦੇ ਕੇ ਅੱਗੇ ਲੰਘ ਜਾਵਾਂ। ਤਾਂ ਜਿੰਨੀ ਕੁ ਇਨਫੋਰਮੇਸ਼ਨ ਆਪਾਂ ਇੱਕ ਕੁਐਸਚਨ ਦੇ ਵਿੱਚੋਂ ਕੱਢ ਸਕਦੇ ਹਾਂ ਅਤੇ ਰਿਲੇਟ ਕਰ ਸਕਦੇ ਹਾਂ ਤਾਂ ਉਨੀ ਕੁ ਵਧੀਆ ਤੁਸੀਂ ਜੀ ਕੇ ਜਿਹੜੀ ਪ੍ਰਪੇਅਰ ਕਰ ਸਕਦੇ ਹੋ। ਤਾਂ ਉਮੀਦ ਕਰਦਾ ਤੁਹਾਨੂੰ ਸੈਸ਼ਨ ਹੈ ਜਿਹੜਾ ਪਸੰਦ ਆਊਗਾ ਅਤੇ ਤੁਸੀਂ ਸ਼ੇਅਰ ਕਰਨਾ ਨਾ ਭੁੱਲਿਓ ਅਤੇ ਲਾਈਕ ਅਤੇ ਕਮੈਂਟ ਕਰਨਾ ਨਾ ਭੁੱਲਿਓ। ਤੁਹਾਡਾ ਜਿਹੜਾ ਲਾਈਕ ਅਤੇ ਕਮੈਂਟ ਕਰਨਾ ਹੈ ਤੁਹਾਡਾ ਮੈਨੂੰ ਮੋਟੀਵੇਟ ਕਰਦਾ, ਠੀਕ ਹੈ ਜੀ ਗੱਲ। ਤਾਂ ਚੱਲਦੇ ਹਾਂ ਪਹਿਲੇ ਕੁਐਸਚਨ ਦੇ ਵੱਲ। ਵੈਨ ਵਾਜ਼ ਆਵਰ ਨੈਸ਼ਨਲ ਫਲੈਗ ਵਾਜ਼ ਅਡੋਪਟਡ, ਸਾਡਾ ਜਿਹੜਾ ਰਾਸ਼ਟਰੀ ਝੰਡਾ ਹੈਗਾ ਆਪਾਂ ਉਹ ਕਦੋਂ ਅਡੋਪਟ ਕੀਤਾ, ਠੀਕ ਹੈ ਜੀ। ਤਾਂ ਬਹੁਤੇ ਪੇਪਰਾਂ ਦੇ ਵਿੱਚ ਇਹ ਆਇਆ ਹੋਇਆ ਤਾਂ ਇਹਦਾ ਜਿਹੜਾ ਸਹੀ ਆਨਸਰ ਆਊਗਾ ਜੀ ਉਹ ਆਊਗਾ 22 ਜੁਲਾਈ 1947 ਨੂੰ ਕੀ ਹੈ ਜੀ ਆਪਾਂ ਨੈਸ਼ਨਲ ਫਲੈਗ ਹੈ ਜਿਹੜਾ ਉਹ ਅਡੋਪਟ ਕੀਤਾ ਸੀ, ਠੀਕ ਹੈ ਜੀ ਗੱਲ। ਪੇਪਰ 'ਚ ਤੁਹਾਨੂੰ ਪੁੱਛ ਲੈਣ ਕਿ ਨੈਸ਼ਨਲ ਫਲੈਗ ਹੈ ਜਿਹੜਾ ਉਹ ਕਿਹਨੇ ਡਿਜ਼ਾਈਨ ਕੀਤਾ ਸੀ ਤਾਂ ਤੁਸੀਂ ਕਹੋਗੇ ਜੀ ਪਿੰਗਲੀ ਵੈਂਕਈਆ ਨੇ ਕੀ ਕੀਤਾ ਸੀਗਾ ਜੀ, ਡਿਜ਼ਾਈਨ ਕੀਤਾ ਸੀ ਆਪਣਾ ਨੈਸ਼ਨਲ ਫਲੈਗ। 3:2 ਦੀ ਇਹਦੀ ਕੀ ਹੈ ਜੀ ਰੇਸ਼ੋ ਹੈ, ਠੀਕ ਹੈ ਜੀ। ਪੇਪਰ 'ਚ ਤੁਹਾਨੂੰ ਪੁੱਛ ਲੈਣ ਕਿ ਇਹਦੇ ਵਿੱਚ ਜਿਹੜੇ ਸਪੋਕਸ ਨੇ, ਠੀਕ ਹੈ, ਗੋਲ ਚੱਕਰ ਹੁੰਦਾ ਜਿਹੜਾ ਜੀ, ਠੀਕ ਹੈ ਜੀ। ਤਾਂ ਉਹਦੇ ਕਿੰਨੇ ਸਪੋਕਸ ਨੇ, ਕਿੰਨੀਆਂ ਲਾਈਨਾਂ ਨੇ ਜੀ, 24 ਨੇ। ਪੇਪਰ 'ਚ ਪੁੱਛ ਸਕਦਾ ਹੈ। ਰੰਗ ਕਿਹੜਾ ਜੀ ਇਹਦਾ, ਨੇਵੀ ਬਲਿਊ, ਠੀਕ ਹੈ ਜੀ, ਨੇਵੀ ਬਲਿਊ ਤੁਸੀਂ ਯਾਦ ਰੱਖਣਾ ਹੈ, ਠੀਕ ਹੈ। ਹੋਰ ਆਪਾਂ ਕੀ ਡਿਸਕਸ਼ਨ ਕਰ ਸਕਦੇ ਹਾਂ। 26 ਨਵੰਬਰ 1949 ਆਪਸ਼ਨ ਦੇ ਵਿੱਚ ਪਿਆ ਜੀ ਆਪਣਾ। ਇਸ ਦਿਨ ਕੀ ਕੀਤਾ ਸੀ ਆਪਾਂ, ਜਿਹੜਾ ਆਪਣਾ ਸੰਵਿਧਾਨ ਸੀਗਾ, ਠੀਕ ਹੈ ਜੀ, ਉੱਤੇ ਉਸ ਦਿਨ 26 ਨਵੰਬਰ 1949 ਨੂੰ ਆਪਾਂ ਕੀ ਕੀਤਾ ਸੀ, ਸੰਵਿਧਾਨ ਨੂੰ ਜੀ ਅਡੋਪਟ ਕੀਤਾ ਸੀ। ਅਤੇ ਲਾਗੂ ਕਿਸ ਦਿਨ ਕੀਤਾ ਸੀ, 26 ਜਨਵਰੀ 1950, ਠੀਕ ਹੈ ਜੀ ਗੱਲ, ਯਾਦ ਰੱਖਿਓ। ਅਤੇ ਹੋਰ ਆਪਾਂ ਕੀ ਕੱਢ ਸਕਦੇ ਹਾਂ, ਬਸ ਇੰਨੇ ਕੁ ਯਾਦ ਰੱਖ ਲਿਓ ਜੀ। ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਦਾ ਸੌਂਗ ਜਨ ਗਨ ਮਨ ਵਾਜ਼ ਕੰਪੋਜ਼ਡ ਓਰੀਜਨਲੀ ਇਨ, ਜਿਹੜਾ ਜਨ ਗਨ ਮਨ ਆਪਣਾ ਨੈਸ਼ਨਲ ਹੁਣ ਐਂਥਮ ਹੈ ਜੀ, ਠੀਕ ਹੈ ਜੀ ਗੱਲ। ਅਤੇ ਇਹ ਪਹਿਲਾਂ ਓਰੀਜਨਲੀ ਕਾਹ 'ਚ ਕੰਪੋਜ਼ ਕੀਤਾ ਗਿਆ ਸੀ, ਤਾਂ ਬੰਗਾਲੀ ਦੇ ਵਿੱਚ ਕੀ ਕੀਤਾ ਸੀ, ਕੰਪੋਜ਼ ਕੀਤਾ ਗਿਆ ਸੀ, ਠੀਕ ਹੈ ਜੀ ਗੱਲ। ਤਾਂ ਆਪਣਾ ਇਹ ਕੀ ਹੈ ਜੀ ਨੈਸ਼ਨਲ ਐਂਥਮ ਹੈ, ਠੀਕ ਹੈ। ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਪੇਪਰ ਤੁਹਾਨੂੰ ਇਹ ਪੁੱਛ ਸਕਦਾ ਕਿ ਨੈਸ਼ਨਲ ਐਂਥਮ ਕਦੋਂ ਅਡੋਪਟ ਕੀਤਾ ਗਿਆ, 24 ਜਨਵਰੀ 1950 ਨੂੰ ਅਡੋਪਟ ਕੀਤਾ ਗਿਆ। ਇੰਨੀ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। ਨੈਸ਼ਨਲ ਜਿਹੜਾ ਐਂਥਮ ਹੈ ਉਹ ਮਤਲਬ ਕਿਹਨੇ ਲਿਖਿਆ, ਕਿਹਨੇ ਰਿਟਨ ਕੀਤਾ ਜੀ, ਤਾਂ ਰਵਿੰਦਰ ਨਾਥ ਟੈਗੋਰ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ, ਠੀਕ ਹੈ ਜੀ ਗੱਲ। ਅਤੇ ਜਿਹੜਾ ਨੈਸ਼ਨਲ ਐਂਥਮ ਆਪਣਾ ਕਿੰਨੇ ਸੈਕਿੰਡਸ ਦੇ ਵਿੱਚ ਗਾਇਆ ਜਾਂਦਾ ਜੀ, ਤਾਂ ਤੁਸੀਂ ਕਹੋਗੇ ਜੀ 52 ਸੈਕਿੰਡਸ ਦੇ ਵਿੱਚ ਗਾਇਆ ਜਾਂਦਾ ਹੈ, ਠੀਕ ਹੈ ਜੀ। ਪਹਿਲਾ ਅਤੇ ਲਾਸਟ ਸਟੰਜਾ ਮਤਲਬ ਕੀ ਹੈਗੀ, ਪਹਿਲੀ ਅਤੇ ਲਾਸਟ ਲਾਈਨ ਆਪਾਂ ਕਹਿ ਦਿੰਦੇ ਹਾਂ, ਠੀਕ ਹੈ। ਸਿੱਧਾ ਦੇਸੀ ਤਰੀਕੇ ਨਾਲ ਯਾਦ ਰੱਖ ਲਓ। ਤਾਂ ਉਹਨੂੰ ਗਾਉਣ ਦੇ ਵਿੱਚ ਕਿੰਨਾ ਸਮਾਂ ਲੱਗਦਾ, ਤਾਂ ਤੁਸੀਂ ਕਹੋਗੇ ਜੀ 20 ਸੈਕਿੰਡ ਲੱਗਦੇ ਆ, ਠੀਕ ਹੈ। ਟੋਟਲ ਸਮਾਂ 52 ਸੈਕਿੰਡ ਲੱਗਦੇ ਆ, ਅਤੇ ਜੇ ਪਹਿਲੀ ਅਤੇ ਲਾਸਟ ਲਾਈਨ ਗਾਈਏ ਤਾਂ ਫਿਰ 20 ਸੈਕਿੰਡਸ ਨੇ ਜਿਹੜੇ ਉਹ ਲੱਗਦੇ ਨੇ, ਠੀਕ ਹੈ ਜੀ ਗੱਲ। ਜਿਹੜਾ ਨੈਸ਼ਨਲ ਐਂਥਮ ਆਪਾਂ ਕਿਹਦੇ 'ਚੋਂ ਲਿਆ ਜੀ, ਕਿਹੜੇ ਨਾਵਲ 'ਚੋਂ ਲਿਆ, ਪੇਪਰ 'ਚ ਨਾਵਲ ਦਾ ਨਾਮ ਪੁੱਛ ਲੈਂਦੇ ਨੇ ਜੀ। ਤਾਂ ਟਾਟਾ ਬੋਧਨੀ ਦੇ ਵਿੱਚੋਂ ਕੀ ਹੈ ਜੀ ਇਹ ਲਿਆ ਗਿਆ। ਇੰਨੀ ਗੱਲ ਵੀ ਤੁਸੀਂ ਯਾਦ ਰੱਖਣੀ ਹੈ, ਠੀਕ ਹੈ ਜੀ। ਤਾਂ ਇੰਨੇ ਕੁ ਕੁਐਸਚਨ ਇਹਦੇ ਨਾਲ ਸੰਬੰਧਿਤ ਤੁਸੀਂ ਯਾਦ ਕਰ ਸਕਦੇ ਹੋ। ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਟ੍ਰਿਟੀ ਆਫ ਵੈਰੀਸੈਲਿਜ਼ ਵਾਜ਼ ਸਾਈਨਡ ਇਨ, ਦੇਖੋ ਜੀ ਪਹਿਲੀ ਗੱਲ ਤੁਹਾਨੂੰ ਇਹਦਾ ਇਤਿਹਾਸ ਪਤਾ ਹੋਣਾ ਚਾਹੀਦਾ ਹੈ। 2 ਸੰਸਾਰ ਯੁੱਧ ਹੋਏ ਨੇ, 2 ਵਰਲਡ ਵਾਰ ਹੋਈਆਂ ਨੇ। ਪਹਿਲੀ ਕਦੋਂ ਹੋਈ ਜੀ, 1914 ਤੋਂ ਲੈ ਕੇ 1918 ਤੱਕ, ਠੀਕ ਹੈ ਜੀ। ਪਹਿਲੀ ਵਰਲਡ ਵਾਰ ਹੋਈ ਸੀਗੀ, ਠੀਕ ਹੈ। ਅਤੇ ਦੂਜੀ ਜਿਹੜੀ ਵਰਲਡ ਵਾਰ ਹੋਈ ਹੈ ਉਹ ਕਦੋਂ ਹੋਈ ਹੈ ਜੀ, 1939 ਤੋਂ 1945, ਠੀਕ ਹੈ ਜੀ। ਹੁਣ ਆਪਾਂ ਪਹਿਲਾਂ ਗੱਲ ਕਰਦੇ ਹਾਂ ਪਹਿਲੀ ਵਰਲਡ ਵਾਰ ਦੀ, ਠੀਕ ਹੈ ਜੀ ਗੱਲ। ਤਾਂ ਪਹਿਲੀ ਵਰਲਡ ਵਾਰ ਦੇ ਵਿੱਚ ਕੀ ਹੋਇਆ ਜੀ, 2 ਪਾਵਰਸ ਸੀਗੀਆਂ ਜੀ, ਸੈਂਟਰਲ ਪਾਵਰ, ਠੀਕ ਹੈ ਜੀ, ਅਤੇ ਇੱਕ ਸੀਗੀ ਜੀ ਅਲਾਈਡ ਪਾਵਰ, ਠੀਕ ਹੈ ਜੀ ਗੱਲ। ਤਾਂ ਜਦੋਂ ਇਹ ਪਹਿਲਾ ਵਿਸ਼ਵ ਯੁੱਧ ਹੈ ਜਿਹੜਾ ਉਹ ਖਤਮ ਹੋਇਆ ਤਾਂ ਉਹ ਕਿਹੜੀ ਸੰਧੀ ਦੇ ਰਾਹੀਂ ਖਤਮ ਹੋਇਆ, ਤੁਸੀਂ ਇਹ ਗੱਲ ਯਾਦ ਰੱਖਣੀ ਹੈ ਬਸ। ਟ੍ਰਿਟੀ ਆਫ ਸੰਧੀ ਵੈਰਸੈਲਿਜ਼, ਵੈਰਸੈਲਿਜ਼ ਕੀ ਹੈ ਜੀ, ਇੱਕ ਫਰਾਂਸ ਦਾ ਸ਼ਹਿਰ ਹੈ। ਤਾਂ ਇਹਦਾ ਇਹੀ ਕੁਐਸਚਨ ਇਹਨੇ ਪੁੱਛਿਆ ਸੀ ਵੀ ਜਿਹੜੀ ਟ੍ਰਿਟੀ ਆਫ ਵੈਰਸੈਲਿਜ਼ ਹੋਈ ਹੈ ਉਹ ਕਿੱਥੇ ਹੋਈ ਹੈ, ਤਾਂ ਫਰਾਂਸ ਦੇ ਵਿੱਚ ਇਹ ਹੋਈ ਹੈ ਸਾਈਨ। ਇਹ ਗੱਲ ਤੁਸੀਂ ਯਾਦ ਰੱਖਣੀ ਹੈ, ਠੀਕ ਹੈ ਜੀ। ਤਾਂ ਉਸ ਸਮੇਂ ਜਿਹੜਾ USA ਪ੍ਰੈਜ਼ੀਡੈਂਟ ਸੀਗਾ ਜੀ ਉਹਨੇ ਲੀਗ ਆਫ ਨੇਸ਼ਨ ਬਣਾਤਾ ਸੀਗਾ, ਲੀਗ ਆਫ ਨੇਸ਼ਨਸ। ਪੇਪਰ 'ਚ ਪੁੱਛ ਸਕਦੇ ਕਦੋਂ ਬਣਿਆ, ਠੀਕ ਹੈ ਜੀ। ਤਾਂ ਮਤਲਬ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਬਣਿਆ, ਠੀਕ ਹੈ ਜੀ। ਕੌਣ ਸੀਗਾ ਜੀ USA ਦਾ ਪ੍ਰੈਜ਼ੀਡੈਂਟ ਉਦੋਂ, ਵੁਡਰੋ ਵਿਲਸਨ। ਇਹ ਵੀ ਗੱਲ ਤੁਸੀਂ ਯਾਦ
ਰੱਖਣੀ ਹੈ। ਠੀਕ ਹੈ ਜੀ। ਹੁਣ ਆ ਗਈ ਗੱਲ ਦੂਜੇ ਵਿਸ਼ਵ ਯੁੱਧ ਦੀ। ਤਾਂ ਪਹਿਲੇ ਵਿਸ਼ਵ ਯੁੱਧ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਦਾ ਕਿ USA ਹੈ ਜਿਹੜਾ, ਉਹਨੇ ਪਹਿਲੇ ਵਿਸ਼ਵ ਯੁੱਧ ਦੇ ਵਿੱਚ ਕਿਹੜੇ ਈਅਰ ਦੇ ਵਿੱਚ ਪਾਰਟੀਸਪੇਟ ਕੀਤਾ। ਠੀਕ ਹੈ ਜੀ। ਤਾਂ ਤੁਸੀਂ ਕਹੋਗੇ ਜੀ 1917 ਦੇ ਵਿੱਚ USA ਨੇ ਪਾਰਟੀਸਪੇਟ ਕੀਤਾ। ਠੀਕ ਹੈ ਜੀ ਗੱਲ। ਹੋਰ ਦੱਸ ਦਿੰਦਾ ਹੁਣ ਮੈਂ ਤੁਹਾਨੂੰ ਦੂਜਾ ਵਿਸ਼ਵ ਯੁੱਧ ਦੇ ਬਾਰੇ ਗੱਲ ਕਰ ਦਿੰਦਾ। 1939 ਤੋਂ ਲੈ ਕੇ 1945 ਤੱਕ ਦੂਜਾ ਵਿਸ਼ਵ ਯੁੱਧ ਹੈ ਜਿਹੜਾ, ਉਹ ਸੈਕਿੰਡ ਵਰਲਡ ਵਾਰ ਆ ਉਹ ਹੋਈ ਹੈ। ਠੀਕ ਹੈ ਜੀ ਗੱਲ। ਅਤੇ ਇਹਦੇ ਵਿੱਚ ਕੀ ਸੀਗਾ, ਉਹੀ ਸੈਂਟਰਲ ਪਾਵਰ ਜਿਹਨੂੰ ਅਸੀਂ ਐਕਸਿਸ ਪਾਵਰ ਵੀ ਕਹਿ ਦਿੰਦੇ ਹਾਂ। ਠੀਕ ਹੈ। ਦੂਜੇ ਪਾਸੇ ਕਿਹੜੀ ਸੀ ਜੀ, ਅਲਾਈਡ ਪਾਵਰ ਸੀਗੀ। ਠੀਕ ਹੈ ਬੱਚਿਓ, ਯਾਦ ਰੱਖਿਓ ਪੇਪਰ 'ਚ ਪੁੱਛ ਲੈਂਦੇ ਵੀ ਅਲਾਈਡ ਪਾਵਰ 'ਚ ਕਿਹੜੇ ਦੇਸ਼ ਸੀਗੇ ਅਤੇ ਸੈਂਟਰਲ ਜਾਂ ਐਕਸਿਸ ਪਾਵਰ ਦੇ ਵਿੱਚ ਕਿਹੜੇ ਦੇਸ਼ ਸੀ। ਸੈਂਟਰਲ ਪਾਵਰ ਦੇ ਵਿੱਚ ਕੌਣ ਸੀਗੇ ਜੀ, ਜਰਮਨੀ ਸੀ, ਇਟਲੀ ਸੀ ਅਤੇ ਜਾਪਾਨ ਸੀ। ਠੀਕ ਹੈ ਜੀ। ਅਲਾਈਡ ਪਾਵਰ 'ਚ ਕੌਣ ਸੀਗਾ ਜੀ, UK, USA, ਠੀਕ ਹੈ ਜੀ, ਰਸ਼ੀਆ, ਚਾਈਨਾ ਅਤੇ ਫਰਾਂਸ। ਠੀਕ ਹੈ ਜੀ ਗੱਲ। USA ਕਦੋਂ ਹਿੱਸਾ ਬਣਿਆ ਇਹਦਾ ਜੀ, 1941 ਦਾ। ਠੀਕ ਹੈ। ਇਹ ਪੇਪਰ 'ਚ ਪੁੱਛ ਸਕਦੇ ਨੇ। ਹੋਰ ਦੱਸ ਦਿੰਦਾ ਤੁਹਾਨੂੰ ਮੈਂ ਕੀ ਪੇਪਰ 'ਚ ਪੁੱਛ ਲੈਂਦੇ ਨੇ ਕਿ ਜਿਹੜੀ ਦੂਜਾ ਵਿਸ਼ਵ ਯੁੱਧ ਹੈ ਉਹ ਕਾਹਦੇ ਨਾਲ ਖ਼ਤਮ ਹੋਇਆ ਜੀ, ਤਾਂ ਉਹ ਇੱਕ ਸੰਧੀ ਹੋ ਗਈ ਸੀ, UNO ਬਣ ਗਿਆ ਸੀ, ਯੂਨਾਈਟਡ ਨੇਸ਼ਨ ਆਰਗੇਨਾਈਜੇਸ਼ਨ, 24 ਅਕਤੂਬਰ 1945। ਠੀਕ ਹੈ ਜੀ ਗੱਲ। UNO ਪੇਪਰ 'ਚ ਪੁੱਛ ਸਕਦੇ ਕਦੋਂ ਬਣਿਆ। UNO ਦੇ ਪੇਪਰ 'ਚ ਐਟ ਪ੍ਰੈਜ਼ੈਂਟ ਪੁੱਛ ਲੈਣੇ ਕਿੰਨੇ ਮੈਂਬਰ ਨੇ, ਤਾਂ 193 ਦੇਸ਼ ਨੇ ਜਿਹੜੇ ਉਹ ਮੈਂਬਰ ਨੇ। ਪੇਪਰ 'ਚ ਐਂ ਪੁੱਛ ਸਕਦੇ ਆ 193ਵਾਂ ਜਿਹੜਾ ਦੇਸ਼ ਹੈ ਉਹ ਕਿਹੜਾ ਜੀ, ਤਾਂ ਤੁਸੀਂ ਕਹੋਗੇ ਜੀ ਸਾਊਥ ਸੁਡਾਨ ਹੈ। ਠੀਕ ਹੈ ਜੀ। ਤਾਂ ਪੇਪਰ 'ਚ ਐਂ ਪੁੱਛ ਸਕਦੇ 192ਵਾਂ ਕਿਹੜਾ ਸੀਗਾ, ਕੁਛ ਵੀ ਪੁੱਛ ਸਕਦਾ ਪੇਪਰ 'ਚ। ਠੀਕ ਹੈ ਜੀ। 192ਵਾਂ ਦੇਸ਼ ਸੀਗਾ ਜਿਹੜਾ ਉਹ ਸੀਗਾ ਜੀ ਮੌਂਟੇਨਿਆਗਰੋ। ਠੀਕ ਹੈ ਜੀ ਗੱਲ। ਅਤੇ ਪੇਪਰ 'ਚ ਐਂ ਪੁੱਛ ਸਕਦੇ ਆ ਜਦੋਂ UNO ਬਣਿਆ ਤਾਂ ਉਦੋਂ USA ਦਾ ਜਿਹੜਾ ਪ੍ਰੈਜ਼ੀਡੈਂਟ ਸੀ ਕੌਣ ਸੀ, ਤਾਂ ਤੁਸੀਂ ਕਹੋਗੇ ਜੀ ਰੋਜ਼ਵੈਲਟ। ਠੀਕ ਹੈ ਜੀ ਗੱਲ। ਪੇਪਰ ਤੁਹਾਨੂੰ ਐਂ ਪੁੱਛ ਲੈਣਗੇ ਇਟਲੀ ਦਾ ਪ੍ਰੈਜ਼ੀਡੈਂਟ ਕੌਣ ਸੀ ਉਸ ਸਮੇਂ, ਇਟਲੀ ਦਾ ਸੀਗਾ ਜੀ ਬੈਨੀਟੋ ਮੂਸੋਲੀਨੀ। ਠੀਕ ਹੈ ਜੀ ਗੱਲ, ਬੈਨੀਟੋ ਮੂਸੋਲੀਨੀ। ਠੀਕ ਹੈ। ਜਾਪਾਨ ਦਾ ਐਂਪਰਰ ਸੀਗਾ ਜਿਹੜਾ, ਮਤਲਬ ਐਂਪਰਰ ਰਾਜਾ ਸੀਗਾ ਜਿਹੜਾ, ਉਹ ਕੌਣ ਸੀਗਾ ਜੀ, ਹੀਰੋਹੋਟੋ ਬੱਚਿਓ ਯਾਦ ਰੱਖਿਓ। ਠੀਕ ਹੈ। ਜਾਪਾਨ ਦੀ ਰਾਜਧਾਨੀ ਕੀ ਹੈ ਜੀ, ਟੋਕੀਓ ਹੈ। ਠੀਕ ਹੈ। ਆਪਾਂ ਹੋਰ ਕੀ ਡਿਸਕਸ਼ਨ ਕਰ ਸਕਦੇ ਹਾਂ। UNO ਦਾ ਪਹਿਲਾ ਸੈਕਰੇਟਰੀ ਜਨਰਲ ਪੇਪਰ 'ਚ ਪੁੱਛ ਲੈਣਗੇ ਕੌਣ ਸੀਗਾ ਜੀ, ਤੁਸੀਂ ਕਹੋਗੇ ਟ੍ਰਿਗਵੀ ਲੀ ਸੀਗਾ। ਠੀਕ ਹੈ। ਇਹ ਪੇਪਰ 'ਚ ਆਇਆ ਹੋਇਆ ਕੁਐਸਚਨ ਹੈ ਜੀ, ਪਿਛਲੀ ਵਾਰ PSPCL ਦਾ ਕੁਐਸਚਨ ਹੈ ਇਹ। ਠੀਕ ਹੈ। ਟ੍ਰਿਗਵੀ ਲੀ ਕਿੱਥੋਂ ਸੀਗੇ ਜੀ, ਨਾਰਵੇ ਤੋਂ ਬਿਲੋਂਗ ਕਰਦਾ ਸੀਗਾ। ਠੀਕ ਹੈ। ਐਟ ਪ੍ਰੈਜ਼ੈਂਟ ਪੇਪਰ 'ਚ ਪੁੱਛ ਲੈਣ ਕਿ UNO ਦੇ ਜਿਹੜੇ ਹੈੱਡ ਨੇ ਜਾਂ ਸੈਕਰੇਟਰੀ ਜਨਰਲ ਕੌਣ ਹੈ ਜੀ, ਤਾਂ ਤੁਸੀਂ ਕਹੋਗੇ ਜੀ ਅੰਟੈਨੀਓ ਗੁਟੈਰਸ। ਠੀਕ ਹੈ ਜੀ, ਅੰਟੈਨੀਓ ਗੁਟੈਰਸ। ਹੋਰ ਆਪਾਂ ਕੀ ਪੜ੍ਹ ਸਕਦੇ ਹਾਂ ਇਹਦੇ ਨਾਲ ਸੰਬੰਧਿਤ, ਜਿਹੜੀ ਜਨਰਲ ਅਸੈਂਬਲੀ ਹੁੰਦੀ ਹੈ ਜੀ ਉਹ 2/3 ਜਿਹੜੀ ਮਤਲਬ ਕਿ ਹਰੇਕ 2 ਸਾਲ ਬਾਅਦ ਬੰਦੇ ਆ ਜਿਹੜੇ ਉਹ ਸਿਲੈਕਟ ਕਰੀ ਜਾਂਦੇ ਰਹਿੰਦੇ ਨੇ। ਠੀਕ ਹੈ ਜੀ ਗੱਲ। ਤਾਂ ਪੇਪਰ 'ਚ ਕਈ ਵਾਰ ਇਹ ਵੀ ਪੁੱਛ ਸਕਦੇ ਨੇ। UNO ਦੀਆਂ ਪੇਪਰ 'ਚ ਐਂ ਪੁੱਛ ਸਕਦੇ ਕਿੰਨੀਆਂ ਲੈਂਗੁਏਜਸ ਨੇ, ਤਾਂ ਤੁਸੀਂ ਕਹੋਗੇ ਜੀ 6 ਲੈਂਗੁਏਜਸ ਨੇ। ਤਾਂ ਇਹਦੀ ਮੈਂ ਤੁਹਾਨੂੰ ਟ੍ਰਿਕ ਦੱਸ ਦਿੰਦਾ ਜੀ, ਫਰੈਸਕਾ। ਠੀਕ ਹੈ। 6 ਅੱਖਰ ਹੋ ਗਏ ਨਾ। F 'ਤੇ ਕਿਹੜੀ ਆ ਗਈ ਜੀ, ਫਰੈਂਚ ਲੈਂਗੁਏਜ ਆ ਗਈ। R 'ਤੇ ਰਸ਼ੀਅਨ ਆ ਗਈ। E 'ਤੇ ਇੰਗਲਿਸ਼ ਆ ਗਈ। S 'ਤੇ ਸਪੈਨਿਸ਼ ਆ ਗਈ। C 'ਤੇ ਚਾਈਨੀਜ਼ ਆ ਗਈ ਅਤੇ A 'ਤੇ ਅਰੈਬਿਕ ਆ ਗਈ। ਠੀਕ ਹੈ ਜੀ। ਤਾਂ ਪੇਪਰ 'ਚ ਐਂ ਵੀ ਪੁੱਛ ਸਕਦੇ ਕਿ ਵਰਕਿੰਗ ਲੈਂਗੁਏਜਸ ਕਿਹੜੀਆਂ ਕਿਹੜੀਆਂ ਨੇ, ਤਾਂ ਤੁਸੀਂ ਕਹੋਗੇ ਜੀ ਫਰੈਂਚ ਅਤੇ ਇੰਗਲਿਸ਼ ਹੈ ਜਿਹੜੀ ਉਹ ਕੀ ਨੇ, ਵਰਕਿੰਗ ਲੈਂਗੁਏਜਸ ਨੇ UNO ਦੀਆਂ। UNO ਵਾਸਤੇ ਜਿਹੜੇ ਲੈਂਡ ਸੀਗਾ ਉਹ ਕਿਹਨੇ ਡੋਨੇਟ ਕੀਤਾ ਸੀ, ਪੇਪਰ 'ਚ ਪੁੱਛ ਸਕਦੇ ਆ। ਤਾਂ ਤੁਸੀਂ ਕਹੋਗੇ ਜੀ ਜੌਹਨ ਡੀ ਰੌਕ ਫੈਲਰ ਨੇ ਜਿਹੜਾ ਇਹ ਕੀ ਹੈ ਜ਼ਮੀਨ ਹੈ ਜਿਹੜੀ ਉਹ ਦਾਨ ਕੀਤੀ ਸੀਗੀ, ਜਾਂ ਆਪਾਂ ਕਹਿ ਦਈਏ ਮਤਲਬ ਲੈਂਡ ਦਿੱਤਾ ਸੀਗਾ। ਠੀਕ ਹੈ। ਆਪਾਂ ਨੂੰ ਕੋਈ ਮਤਲਬ ਨਹੀਂ, ਆਪਾਂ ਨੂੰ ਆਪਦੇ ਕੁਐਸਚਨ ਤੱਕ ਮਤਲਬ ਹੈ। ਠੀਕ ਹੈ। ਅਤੇ ਜਿਹੜਾ ਇਹਦਾ ਆਰਕੀਟੈਕਟ ਸੀਗਾ ਜਿਹੜੀ ਬਿਲਡਿੰਗ ਬਣੀ ਹੈ ਜੀ, ਠੀਕ ਹੈ, ਤਾਂ ਉਹ ਕੌਣ ਸੀਗਾ ਜੀ, ਵੈਲਸ ਡੀ ਹੈਰੀਸਨ ਸੀਗੇ ਜਿਹੜੇ ਉਹ ਕੀ ਸੀਗੇ, ਮਤਲਬ ਇਹਦੇ ਆਰਕੀਟੈਕਟ ਸੀਗੇ UNO ਦੇ। UNO ਦੇ ਹੈੱਡਕੁਆਟਰ ਕਿੱਥੇ ਹੈ ਜੀ, ਨਿਊਯਾਰਕ ਦੇ ਵਿੱਚ ਹੈ। ਠੀਕ ਹੈ ਜੀ ਗੱਲ। ਇੰਨੀ ਗੱਲ ਤੁਸੀਂ ਯਾਦ ਰੱਖਣੀ ਹੈ। ਪੇਪਰ 'ਚ ਐਂ ਵੀ ਪੁੱਛ ਸਕਦੇ ਆ ਇੰਡੀਆ UNO ਦਾ ਮੈਂਬਰ ਕਦੋਂ ਬਣਿਆ, ਤਾਂ ਇੰਡੀਆ ਦਾ ਕੀ ਸੀਗਾ ਜੀ, ਫਾਊਂਡਿੰਗ ਮੈਂਬਰ ਹੀ ਸੀ। ਠੀਕ ਹੈ। ਫਾਊਂਡਿੰਗ ਮੈਂਬਰ ਮਤਲਬ UNO ਜਦੋਂ ਬਣਿਆ ਸੀ ਉਦੋਂ ਇੰਡੀਆ ਸੀਗਾ ਜਿਹੜਾ ਇਹਦਾ ਹਿੱਸਾ ਸੀ, ਕਿਉਂਕਿ ਆਪਾਂ ਕੀ ਸੀਗੇ ਜੀ, ਉਦੋਂ UK ਦੇ ਗੁਲਾਮ ਸੀਗੇ। ਠੀਕ ਹੈ ਜੀ। ਤਾਂ ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਵਿਚ ਵਾਇਸਰਾਏ ਵਿਦਡਰੂ ਦਾ ਡਾਕਟਰਾਈਨ ਆਫ ਲੈਪਸ। ਪਹਿਲੀ ਗੱਲ ਤਾਂ ਡਾਕਟਰਾਈਨ ਆਫ ਲੈਪਸ ਨੂੰ ਪੰਜਾਬੀ 'ਚ ਕਹਿੰਦੇ ਜੀ ਹੜੱਪ ਨੀਤੀ ਦਾ ਸਿਧਾਂਤ। ਠੀਕ ਹੈ ਜੀ। ਡਾਕਟਰਾਈਨ ਆਫ ਲੈਪਸ ਜਿਹੜਾ ਲੈ ਕੇ ਆਉਣ ਵਾਲਾ ਜਿਹੜਾ ਗਵਰਨਰ ਜਨਰਲ ਸੀ ਕੌਣ ਸੀਗੇ, ਲਾਰਡ ਡਲਹੌਜੀ ਸੀਗਾ। ਠੀਕ ਹੈ। ਪਰ ਇੱਥੇ ਕੁਐਸਚਨ ਇਹ ਹੈ ਜੀ ਜਿਹਨੇ ਵਾਪਸ ਲੈ ਲਿਆ, ਵਿਦਡਰੂ ਕਰ ਲਿਆ ਡਾਕਟਰਾਈਨ ਆਫ ਲੈਪਸ ਨੂੰ, ਤਾਂ ਇਹਦਾ ਜਿਹੜਾ ਸਹੀ ਆਨਸਰ ਆਊਗਾ ਜੀ ਉਹ ਆਊਗਾ ਲਾਰਡ ਕੈਨਿੰਗ। ਇਹਦਾ A ਆਪਸ਼ਨ ਸਹੀ ਆਨਸਰ ਆਊਗਾ। ਲਾਰਡ ਕੈਨਿੰਗ ਬਾਰੇ ਪੇਪਰ 'ਚ ਪੁੱਛ ਲੈਂਦੇ ਕਿ ਸਾਰਿਆਂ ਨਾਲੋਂ ਪਹਿਲੀ ਵਾਰ ਜਿਹੜਾ ਬਜਟ ਇੰਟਰੋਡਿਊਸ ਕੀਤਾ ਉਹ ਕਿਹੜੇ ਮਤਲਬ ਵਾਇਸਰਾਏ ਨੇ ਕੀਤਾ, ਤਾਂ ਤੁਸੀਂ ਕਹੋਗੇ ਲਾਰਡ ਕੈਨਿੰਗ। ਠੀਕ ਹੈ ਜੀ। 1857 ਦੇ ਵਿਦਰੋਹ ਵੇਲੇ ਆਪਣਾ ਜਿਹੜਾ ਵਾਇਸਰਾਏ ਸੀ ਕੌਣ ਸੀਗਾ ਜੀ, ਲਾਰਡ ਕੈਨਿੰਗ ਸੀਗਾ। ਠੀਕ ਹੈ। ਅਤੇ ਹੋਰ ਮੈਂ ਤੁਹਾਨੂੰ ਕੀ ਦੱਸ ਸਕਦਾ, ਜਿਹੜਾ ਮਤਲਬ ਕਲਕੱਤਾ, ਬੰਬੇ
ਤੇ ਮਦਰਾਸ ਦੇ ਵਿੱਚ 1857 ਦੇ ਵਿੱਚ ਯੂਨੀਵਰਸਿਟੀਜ਼ ਬਣਾਈਆਂ। ਸਾਰਿਆਂ ਨਾਲੋਂ ਪਹਿਲੀ ਯੂਨੀਵਰਸਿਟੀ ਕਿਹੜੀ ਬਣੀ ਤਾਂ ਕਲਕੱਤਾ ਬਣੀ ਸੀਗੀ। ਠੀਕ ਹੈ ਜੀ ਗੱਲ। ਹੋਰ ਮੈਂ ਤੁਹਾਨੂੰ ਕੀ ਦੱਸ ਸਕਦਾ ਜੀ, ਇੰਡੀਅਨ ਪੈਨਲ ਕੋਡ ਜਿਹੜਾ ਲੈ ਕੇ ਆਉਣ ਵਾਲਾ ਜਾਂ ਇੰਟਰੋਡਿਊਸ ਕੀਤਾ ਉਹ ਕਿਹਨੇ ਕੀਤਾ ਜੀ, ਲਾਰਡ ਕੈਨਿੰਗ ਨੇ ਕੀਤਾ। ਠੀਕ ਹੈ ਜੀ। ਹੁਣ ਮੈਂ ਤੁਹਾਨੂੰ ਆ ਗਈ ਦੱਸਦਾ ਗੱਲ ਲਾਰਡ ਡਲਹੌਜੀ ਬਾਰੇ। ਲਾਰਡ ਡਲਹੌਜੀ ਮੈਂ ਤੁਹਾਨੂੰ ਦੱਸ ਹੀ ਚੁੱਕਿਆ, ਡਾਕਟਰਾਈਨ ਆਫ ਲੈਪਸ ਲੈ ਕੇ ਆਇਆ ਕਦੋਂ 1848 ਦੇ ਵਿੱਚ। ਕੀ ਸੀਗਾ ਮਕਸਦ ਜੀ ਕਿ ਕੋਈ ਵੀ ਜਿਹੜਾ ਅਡਾਪਟਡ ਸਨ ਆ ਉਹ ਗੱਦੀ ਦੇ ਉੱਤੇ ਨਹੀਂ ਬੈਠ ਸਕਦਾ। ਲਾਰਡ ਡਲਹੌਜੀ ਦੇ ਆਪਾਂ ਹੋਰ ਕੰਮ ਯਾਦ ਰੱਖ ਸਕਦੇ ਹਾਂ ਜੀ, 34 ਕਿਲੋਮੀਟਰ ਜਿਹੜੀ ਇੱਕ ਰੇਲਵੇ ਲਾਈਨ ਚਲਾਈ ਸੀਗੀ ਕਿੱਥੋਂ, ਬੰਬੇ ਟੂ ਥਾਣੇ। ਠੀਕ ਹੈ ਜੀ। ਕਦੋਂ 1853 ਦੇ ਵਿੱਚ। ਇੱਕ ਜੀ ਇੰਜੀਨੀਅਰਿੰਗ ਕਾਲਜ ਬਣਾਇਆ ਸੀਗਾ ਕਿੱਥੇ, ਰੁੜਕੀ ਦੇ ਵਿੱਚ। ਪੇਪਰ 'ਚ ਪੁੱਛ ਸਕਦੇ ਆ ਕਿ ਕਿਹੜੇ ਗਵਰਨਰ ਜਨਰਲ ਨੇ ਰੁੜਕੀ ਦੇ ਵਿੱਚ ਕਾਲਜ ਬਣਾਇਆ ਜੀ, ਤਾਂ ਕੀ ਹੈ ਜੀ, ਲਾਰਡ ਡਲਹੌਜੀ। ਠੀਕ ਹੈ ਜੀ। ਸਮਰ ਕੈਪੀਟਲ ਬਣਾਈ ਜੀ ਕਿੱਥੇ, ਸ਼ਿਮਲਾ ਦੇ ਵਿੱਚ। ਠੀਕ ਹੈ, ਲਾਰਡ ਡਲਹੌਜੀ ਨੇ। ਅਤੇ ਹੋਰ ਆਪਾਂ ਕੀ ਦੱਸ ਸਕਦੇ ਹਾਂ ਜੀ, ਵਿਡੋ ਰੀਮੈਰਿਜ ਐਕਟ ਲੈ ਕੇ ਆਇਆ, ਵਿਡੋ ਰੀਮੈਰਿਜ ਐਕਟ। ਇਹ ਲੈ ਕੇ ਕੌਣ ਆਇਆ ਸੀਗਾ, ਈਸ਼ਵਰ ਚੰਦਰ ਵਿਦਿਆਸਾਗਰ ਲੈ ਕੇ ਇਹਦੇ ਸਮੇਂ ਵੇਲੇ ਆਇਆ ਸੀਗਾ। ਠੀਕ ਹੈ, ਇੰਨੀ ਗੱਲ ਤੁਸੀਂ ਯਾਦ ਰੱਖਣੀ ਹੈ। ਅਤੇ ਲਾਰਡ ਮਿੰਟੋ ਤੁਹਾਨੂੰ ਪਤਾ ਹੈ ਜੀ, ਮਹਾਰਾਜਾ ਰਣਜੀਤ ਸਿੰਘ ਦੇ ਨਾਲ ਟ੍ਰੀਟੀ ਆਫ ਕਾਹਦੀ ਹੋਈ ਸੀਗੀ ਜੀ, ਅੰਮ੍ਰਿਤਸਰ 1809 ਦੇ ਵਿੱਚ ਲਾਰਡ ਮਿੰਟੋ ਦੇ ਨਾਲ ਹੋਈ ਸੀ। ਠੀਕ ਹੈ ਜੀ ਗੱਲ। ਲਾਰਡ ਡਫਰੀਨ ਬਾਰੇ ਮੈਂ ਤੁਹਾਨੂੰ ਥੋੜ੍ਹਾ ਦੱਸ ਦਿੰਦਾ ਕਿ ਜਦੋਂ 1885 ਦੇ ਵਿੱਚ INC ਦੀ ਫਾਰਮੇਸ਼ਨ ਹੋਈ ਹੈ ਤਾਂ ਪੇਪਰ 'ਚ ਪੁੱਛ ਸਕਦੇ ਨੇ ਕਿ ਉਸ ਸਮੇਂ ਆਪਣਾ ਭਾਰਤ ਦਾ ਵਾਇਸਰਾਏ ਕੌਣ ਸੀਗਾ ਜੀ, ਲਾਰਡ ਡਫਰੀਨ ਸੀਗਾ। ਠੀਕ ਹੈ, ਇਹਨੇ ਵਿਰੋਧ ਕੀਤਾ ਸੀ, ਇਹਨੇ ਅਪੋਜ਼ ਕੀਤਾ ਸੀਗਾ। ਠੀਕ ਹੈ, INC ਦੀ ਫਾਰਮੇਸ਼ਨ ਨੂੰ। INC ਦੇ ਪਹਿਲੇ ਜਿਹੜੇ ਚੇਅਰਮੈਨ ਸੀ ਕੌਣ ਸੀਗੇ ਜੀ, ਤੁਸੀਂ ਕਹੋਗੇ WC ਬੈਨਰਜੀ। ਠੀਕ ਹੈ, 28 ਦਸੰਬਰ 1885 ਨੂੰ INC ਦੀ ਪਹਿਲੀ ਜਿਹੜੀ ਮੀਟਿੰਗ ਆ ਉਹ ਹੋਈ ਹੈ। 72 ਡੈਲੀਗੇਟਸ ਮੈਂਬਰ ਸੀਗੇ ਜਿਹੜੇ ਉਦੋਂ ਉਹ ਮਤਲਬ ਪਾਰਟੀਸਪੇਟ ਕਰ ਰਹੇ ਸੀਗੇ। ਠੀਕ ਹੈ ਜੀ। ਉਦੋਂ ਬਾਅਦ ਕੌਣ ਬਣੇ ਗਏ ਦੂਜੀ ਮੀਟਿੰਗ ਦੇ ਵਿੱਚ 1886 ਦੇ ਵਿੱਚ ਜੀ, ਤਾਂ ਕੌਣ ਬਣੇ, ਦਾਦਾ ਬਾਈ ਨਹਿਰੂ ਜੀ ਬਣੇ ਸੀਗੇ ਜੀ। ਠੀਕ ਹੈ ਜੀ ਗੱਲ। ਜਿਨ੍ਹਾਂ ਨੂੰ ਗ੍ਰੈਂਡ ਓਲਡ ਮੈਨ ਆਫ ਇੰਡੀਆ ਕਿਹਾ ਜਾਂਦਾ ਹੈ। ਤਾਂ 436 ਡੈਲੀਗੇਟਸ ਸੀਗੇ ਜਿਹੜੇ ਮੈਂਬਰ ਸੀਗੇ ਉਦੋਂ ਇਸ ਸਮੇਂ ਪ੍ਰੈਜ਼ੀਡੈਂਟ ਸੀ। ਠੀਕ ਹੈ ਜੀ। ਤਾਂ ਇੰਨੀ ਕੁ ਇਨਫੋਰਮੇਸ਼ਨ ਕਾਫੀ ਹੈ। ਚੱਲਦੇ ਹਾਂ ਗਾਹਾਂ। Who was Viceroy of India at the time of Albert Bill controversy? ਸੁਪਰ ਇੰਪੋਰਟੈਂਟ ਕੁਐਸਚਨ ਹੈ ਜੀ, ਪੱਕਾ PPSC ਜੇ ਤਹਿਸੀਲਦਾਰ ਦੇ ਵਿੱਚ ਇਹ ਕੁਐਸਚਨ ਦੇਖਣ ਨੂੰ ਮਿਲ ਸਕਦਾ ਹੈ ਕਿ ਐਲਬਰਟ ਬਿੱਲ ਕੰਟਰੋਵਰਸੀ ਜਿਹੜੀ ਹੋਈ ਹੈ ਉਹ ਕਿਹਦੇ ਸਮੇਂ ਦੇ ਦੌਰਾਨ ਹੋਈ ਹੈ। ਤਾਂ ਇਹ ਹੋਈ ਹੈ ਜੀ, ਇਹਦਾ ਜਿਹੜਾ ਸਹੀ ਜਵਾਬ ਆਉਣਾ ਸੀਗਾ ਉਹ ਆਪਸ਼ਨ ਦੇ ਵਿੱਚ ਹੈ ਨਹੀਂ ਗਾ ਜੀ, ਤਾਂ ਤੁਸੀਂ ਇੱਥੇ ਲਿਖ ਲਓ ਲਾਰਡ ਰਿਪਨ। ਲਾਰਡ ਰਿਪਨ ਆਊਗਾ, ਇਹਨਾਂ ਵਿੱਚੋਂ ਕੋਈ ਨਹੀਂ ਆਊਗਾ ਤਾਂ ਤੁਸੀਂ ਕੀ ਹੈ ਜੀ, ਨਨ ਆਫ ਦੀਜ਼ ਲਾ ਸਕਦੇ ਹੋ। ਠੀਕ ਹੈ, ਲਾਰਡ ਰਿਪਨ ਦੇ ਵੇਲੇ ਹੋਈ ਹੈ ਐਲਬਰਟ ਬਿੱਲ ਕੰਟਰੋਵਰਸੀ। ਐਲਬਰਟ ਬਿੱਲ ਕੰਟਰੋਵਰਸੀ ਹੈ ਕੀ ਚੀਜ਼ ਸੀਗੀ ਜੀ, ਕਿ ਇਹਦੇ ਵਿੱਚ ਜੇ ਕੋਈ ਯੂਰਪੀਅਨ ਕੈਦੀ ਹੈ, ਮਤਲਬ ਕੋਈ ਗੋਰਾ ਕੈਦੀ ਹੈ ਜਾਂ ਕੋਈ ਗੁਨੇਗਾਰ ਆ ਗੋਰਾ, ਠੀਕ ਹੈ, ਉਹਨੂੰ ਕੀ ਸੀਗਾ, ਇੰਡੀਅਨ ਜੱਜ ਨੇ ਜਿਹੜੇ ਉਹ ਸਜ਼ਾ ਦੇ ਸਕਦੇ ਸੀ। ਠੀਕ ਹੈ, ਤਾਂ ਕਰਕੇ ਕੰਟਰੋਵਰਸੀ ਹੈ ਜਿਹੜੀ ਕ੍ਰੀਏਟ ਹੋ ਗਈ ਸੀਗੀ। ਲਾਰਡ ਰਿਪਨ ਨੂੰ ਆਪਾਂ ਹੋਰ ਕਿਹੜੇ ਨਾਂ ਨਾਲ ਜਾਣਦੇ ਹਾਂ ਜੀ, ਲੋਕਲ ਸੈਲਫ ਗੌਰਮੈਂਟ ਦੇ ਜਿਹੜੇ ਫਾਦਰ ਆ ਉਹ ਕਿਹਨੂੰ ਕਿਹਾ ਜਾਂਦਾ ਜੀ, ਲਾਰਡ ਰਿਪਨ ਨੂੰ ਕਿਹਾ ਜਾਂਦਾ ਹੈ। ਫਸਟ ਫੈਕਟਰੀ ਐਕਟ ਪੇਪਰ 'ਚ ਪੁੱਛ ਲੈਣ ਕੌਣ ਲੈ ਕੇ ਆਇਆ ਜੀ, ਤਾਂ ਤੁਸੀਂ ਕਹੋਗੇ ਜੀ ਲਾਰਡ ਰਿਪਨ। ਠੀਕ ਹੈ ਜੀ। ਤਾਂ ਅੱਗੇ ਚੱਲਦੇ ਹਾਂ। ਹੋਰ ਮੈਂ ਤੁਹਾਨੂੰ ਵਾਇਸਰਾਏ ਪੜ੍ਹਾ ਦਿੰਦਾ ਜੀ, ਲਾਰਡ ਚੈਮਸਫੋਰਡ। ਲਾਰਡ ਚੈਮਸਫੋਰਡ ਬਾਰੇ ਕੀ ਜਾਣਦੇ ਜੀ ਤੁਸੀਂ, ਜਦੋਂ 1919 ਦਾ ਜਿਹੜਾ ਜਲ੍ਹਿਆਂਵਾਲੇ ਬਾਗ ਦਾ ਮੈਸਕਰੇ ਹੋਇਆ ਜੀ, ਤਾਂ ਉਦੋਂ ਕੀ ਸੀ, ਆਪਣੇ ਵਾਇਸਰਾਏ ਲਾਰਡ ਚੈਮਸਫੋਰਡ ਸੀਗੇ। ਇਹਨਾਂ ਨੇ ਮਤਲਬ ਉਹਦੀ ਜਿਹੜੀ ਘਟਨਾ ਹੋਈ ਹੈ 1919 ਦੀ, ਤਾਂ ਉਹਦੇ ਤੇ ਲਈ ਇੱਕ ਕਮੇਟੀ ਬਿਠਾਤੀ ਸੀ, ਕਮਿਸ਼ਨ ਬਿਠਾਤਾ ਸੀ, ਜਿਹਦਾ ਨਾਮ ਸੀਗਾ ਜੀ ਹੰਟਰ ਕਮਿਸ਼ਨ। ਠੀਕ ਹੈ ਜੀ, ਇਹ ਗੱਲ ਯਾਦ ਰੱਖਿਓ ਤੁਸੀਂ। ਲਾਰਡ ਰੀਡਿੰਗ ਬਾਰੇ ਕੀ ਯਾਦ ਰੱਖ ਸਕਦੇ ਹੋ ਤੁਸੀਂ ਕਿ ਚੌਰਾ ਚੌਰੀ ਨਹੀਂ ਜੀ, ਕਕੌਰੀ ਟ੍ਰੇਨ ਰੋਬਰੀ ਹੋਈ ਸੀਗੀ ਇੱਕ। ਠੀਕ ਹੈ ਜੀ। ਤਾਂ ਕਿਹਨੇ ਕੀਤੀ ਸੀ ਉਹ, ਰਾਮ ਪ੍ਰਸਾਦ ਬਿਸਮਿਲ। ਠੀਕ ਹੈ ਜੀ। ਤਾਂ ਉਸ ਸਮੇਂ ਮਤਲਬ ਆਪਣਾ ਵਾਇਸਰਾਏ ਕੌਣ ਸੀ, ਲਾਰਡ ਰੀਡਿੰਗ ਸੀਗਾ। ਇਹ ਵੀ ਗੱਲ ਤੁਸੀਂ ਯਾਦ ਰੱਖਣੀ ਹੈ। ਠੀਕ ਹੈ ਜੀ। ਲਾਰਡ ਕਰਜ਼ਨ ਤੁਹਾਨੂੰ ਪਤਾ ਹੀ ਹੈ ਜੀ ਸਾਰਿਆਂ ਨੂੰ ਕਿ ਪਾਰਟੀਸ਼ਨ ਆਫ ਬੰਗਾਲ 1905 ਦੇ ਵਿੱਚ ਕਿਹਨੇ ਕੀਤੀ ਸੀਗੀ, ਲਾਰਡ ਕਰਜ਼ਨ ਨੇ। ਠੀਕ ਹੈ ਜੀ ਗੱਲ। ਤਾਂ ਬਸ ਇੰਨੀ ਕੁ ਇਨਫੋਰਮੇਸ਼ਨ ਕਾਫੀ ਹੈ। ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਪੂਨਾ ਪੈਕਟ ਵਾਜ਼ ਸਾਈਨਡ ਇਨ, ਸੁਪਰ ਇੰਪੋਰਟੈਂਟ ਕੁਐਸਚਨ ਹੈ। ਐਗਜ਼ੈਕਟ ਡੇਟ ਆ ਜਾਂਦੀ ਹੈ ਤਾਂ ਇਹਦਾ ਜਿਹੜਾ ਸਹੀ ਜਵਾਬ ਆਊਗਾ ਉਹ ਆਊਗਾ 25 ਸਤੰਬਰ 1932 ਨੂੰ ਪੂਨਾ ਪੈਕਟ ਹੈ ਜਿਹੜਾ ਉਹ ਸਾਈਨ ਹੋਇਆ। ਕਿਹਦੇ ਵਿਚਕਾਰ ਜੀ, ਮਹਾਤਮਾ ਗਾਂਧੀ ਐਂਡ BR ਅੰਬੇਦਕਰ। ਯਾਦ ਰੱਖੋਗੇ। ਪਰ ਮਹਾਤਮਾ ਗਾਂਧੀ ਇਸ ਸਮੇਂ ਕੀ ਸੀਗੇ ਜੀ, ਜਰਵਾੜਾ ਜੇਲ੍ਹ ਦੇ ਵਿੱਚ ਕੀ ਸੀਗੇ ਜੀ, ਬੰਦ ਸੀਗੇ। ਜਰਵਾੜਾ ਜੇਲ੍ਹ ਪੂਨੇ ਦੇ ਵਿੱਚ ਕੀ ਸੀਗੇ, ਬੰਦ ਸੀ। ਤਾਂ ਕਰਕੇ ਉਹਨਾਂ ਦੀ ਜਗ੍ਹਾ 'ਤੇ ਜਿਹੜੇ ਸਾਈਨ ਕੀਤੇ ਨੇ ਉਹ ਕਿਹਨੇ ਕੀਤੇ ਨੇ, ਮਦਨ ਮੋਹਨ ਮਾਲਵਿਆ ਨੇ। ਠੀਕ ਹੈ, ਜਿਸ ਤਰ੍ਹਾਂ ਦਾ ਵੀ ਕੁਐਸਚਨ ਪੁੱਛ ਲਿਆ ਤਾਂ ਉਸ ਤਰ੍ਹਾਂ ਦਾ ਤੁਸੀਂ ਜਵਾਬ ਦੇ ਦੋਗੇ। ਠੀਕ ਹੈ ਜੀ। ਅਤੇ ਮਦਨ ਮੋਹਨ ਮਾਲਵਿਆ ਸੀਗੇ ਜਿਹੜੇ ਉਹ ਹਿੰਦੂ ਮਹਾਸਭਾ ਦੇ ਜਿਹੜੇ ਫਾਊਂਡਰ ਸੀਗੇ।
ठीक है जी गल, इन्नी गल भी तुसीं याद रखनी है। तो आपां होर की याद कर सकते हैं, थोड़े तुहानूं मैं निकनेम याद करा दिंदा, जिवें कि लोकमान्य पेपर 'च पुछ लैण किहनूं कहा जाता है जी, तो तुसीं कहोगे जी बाल गंगाधर तिलक नूं। ठीक है जी, बाल गंगाधर तिलक जी की है 2 बार मांडले जेल दे विच गए हुए ने। ठीक है जी गल, तो यह भी कई बार पेपर 'च पुछ लैंदे ने। ठीक है, लोकमान्य किहनूं कहंदे ने, बाल गंगाधर तिलक नूं। बाल गंगाधर तिलक ने होम रूल मूवमेंट चलाई सीगी जी। ठीक है जी, कदों 1916 दे विच 2 अखबार भी पबलिश कीते सीगे बाल गंगाधर तिलक ने। केसरी जिहड़ा कि किहड़ी लैंगुएज दे विच सीगा जी, मराठी लैंगुएज दे विच सीगा, ये भी गल याद रखनी तुसीं। ते एक होर किहड़ा सीगा जी, मराठा। मराठा किहड़ी लैंगुएज दे विच सी, तुसीं कहोगे जी इंग्लिश दे विच। ठीक है जी, 2 अखबार चलाए सी, केसरी इन मराठा च सीगा जी, ते मराठा जिहड़ा अखबार चलाए सी वो किहड़ी भाषा दे विच सीगा, इंग्लिश दे विच सीगा। ठीक है जी, चलदे हैं नैक्सट क्वेश्चन वाल। हू वाज हैडड बाय द इन टर्म गौरमेंट। इन टर्म गौरमेंट बनी सी जी, कार्यकारी सरकार कहने जिन्होंने आप पंजाबी दे विच, तां ओह किहने हैड कीती सी, तां उहदे जिहड़े हैड सीगे कौन सीगे जी, JL नेहरू, जवाहर लाल नेहरू सीगे जिहड़े ओह इन टर्म गौरमेंट दे की सीगे, हैड सीगे। ठीक है, तो ये बनी कदों सीगी जी, 2 सितंबर 1946 नूं बन चुकी सी। ठीक है जी गल, तो उस तो बाद कॉन्स्टीट्यूएंट असैंबली भी बन गई सी, जिहदे कि प्रेजिडेंट किहनूं लाया गया जी, राजेंद्र प्रसाद नूं लाया गया। तो जिहड़े फाइनांस मिनिस्टर सीगे, पेपर 'च पुछ सकते हैं कि कॉन्स्टीट्यूएंट असैंबली के फाइनांस मिनिस्टर किहनूं लाया गया जी, तो मुसलमानों के लाए गए कौन, लियाकत अली खान। पेपर 'च याद रखियो, पेपर 'च पुछ सकता है जी। ठीक है जी गल, तो होर आपां महात्मा गांधी पेपर 'च पुछ लैणगे कि महात्मा गांधी कॉन्स्टीट्यूएंट असैंबली के मैंबर सीगे, तुसीं कहोगे नो। ठीक है जी, तो पाकिस्तान के पहले गवर्नर जनरल तुहानूं पुछ लैण तां मुहम्मद अली जिन्नाह सीगे। ठीक है जी गल, ये भी गल तुसीं याद रखनी है। पाकिस्तान जिहड़ी टर्म दित्ती है वो किहने दित्ती है जी, तुसीं कहोगे रहमत अली खान ने पाकिस्तान जिहड़ी टर्म आ वो दित्ती है। ठीक है जी, राजेंद्र प्रसाद बारे आप होर पढ़ सकते हैं कि स्टीयरिंग कमेटी जो अपना संविधान बनया सी, तो उदों स्टीयरिंग कमेटियां बनिया सी, तो स्टीयरिंग कमेटी के जिहड़े हैड सीगे कौन सीगे, राजेंद्र प्रसाद सीगे। ठीक है जी गल, तो होर आपां जवाहर लाल नेहरू बारे की पढ़ सकते हैं जी, डिस्कवरी ऑफ इंडिया एक किताब है जी, पेपर 'च पूछी हुई है, तो किहदी है जी, जवाहर लाल नेहरू दी है। ठीक है, डिस्कवरी ऑफ इंडिया नूं वॉइस ऑफ इंडिया किताब के नाल कन्फ्यूज़ ना कर दिओ। वॉइस ऑफ इंडिया किताब किहदी है जी, तो तुसीं कहोगे जी दादा भाई नैरो जी दी है। ठीक है जी गल, चलते हैं नैक्सट क्वेश्चन वाल। लाहौर सैशन 1929 प्रिजाइड बाय द, लाहौर सैशन होया जी 1929 दे विच। ठीक है जी, जिहदे विच की सीगा 1930 दे विच इन्हां ने डिकलेयर करता सी भी सानूं पूर्ण स्वराज है जिहड़ा ओह असीं प्राप्त कर लांगे, आज़ाद करा लांगे देश नूं। तो 1929 का जिहड़ा लाहौर का सैशन होया सी उहनूं हैड कौन कर रहा सीगा, तो इहदा आंसर भी जवाहर लाल नेहरू, बी ऑप्शन इहदा सही आंसर है जी। महात्मा गांधी ने आपदी पहली मूवमेंट जिहड़ी ओह चलाई भारत दे विच 1917 दे विच चलाई, चंपारण मूवमेंट कहते हैं उन्होंने, जिहदे विच इंडिगो की खेती है जिहड़ी ओह धक्के नाल करवाई जाती सी, 3 कठिया लगान भी कहते हैं इनू। ठीक है जी गल, महात्मा गांधी तुहानूं होर दस देना जी, 1893 दे विच की है जी साउथ अफ्रीका नूं गए सीगे। ठीक है, 9 जनवरी 1915 नूं की है जी भारत दे विच गांधी आया। ठीक है जी, 9 जनवरी नूं किहड़ा दिन मनाया जाता जी, NRI डे मनाया जाता है। होर सुन लो जी, महात्मा गांधी बारे मैं तुहानूं थोड़ी जी गल्लां दस देना जी। एक तुसीं याद रखना है जी 1893, एक याद रखना जी 1894, एक याद रखना सी तुसीं 1904, एक 1906, एक 1908, एक 1910, एक 1914। ठीक है जी, इनू कमज़ोर ना समझो क्वेश्चन नूं, क्योंकि ये जिन्ना चिर रिलेट नहीं करते उन्ना चिर थोड़े याद नहीं होना। 1893 मैं तुहानूं दस ही चुकिया, गांधी डिप्रैचर ऑफ साउथ अफ्रीका, मतलब गांधी साउथ अफ्रीका गए। 1894 दे विच नटाल इंडिया कांग्रेस की स्थापना की। 1904 दे विच की है जी, 1904 दे विच इन्हां ने फस्ट उत्थे फोनिक्स फार्म खोलिया, फोनिक्स फार्म खोलिया कित्थे जी। ठीक है जी, होर आपां की याद कर सकते 1904 दे विच फोनिक्स फार्म खोलिया। तो इंडियन ओपीनियन एक अखबार है जिहड़ा ओह डरबन दे विच स्टार्ट किया। ठीक है जी, गल ये याद रखनी है। 1906 दे विच फस्ट
ਸਿਵਲ ਡਿਸਓਬੀਡੈਂਸ ਮੂਵਮੈਂਟ ਸੀਗੀ ਗਾਂਧੀ ਦੀ, ਕਿੱਥੇ? ਸਾਊਥ ਅਫਰੀਕਾ ਦੇ ਵਿੱਚ, ਠੀਕ ਹੈ। ਤਾਂ ਇਹ ਗੱਲ ਧਿਆਨ 'ਚ ਰੱਖਿਓ। ਭਾਰਤ ਦੇ ਵਿੱਚ 1917 'ਚ ਕੀਤੀ ਹੈ, ਵੈਸੇ ਓਵਰਆਲ ਪੁੱਛੇ ਤਾਂ 1906 ਦੇ ਵਿੱਚ ਸਟਾਰਟ ਕਰ ਚੁੱਕੇ ਸੀਗੇ ਸਾਊਥ ਅਫਰੀਕਾ ਦੇ ਵਿੱਚ। 1908 ਦੇ ਵਿੱਚ ਪਹਿਲੀ ਜੇਲ੍ਹ ਹੁੰਦੀ ਹੈ ਜੀ, ਇੰਪ੍ਰਿਜ਼ਨਮੈਂਟ ਹੁੰਦੀ ਹੈ ਕਿੱਥੇ? ਜੋਹਾਨਸਬਰਗ, ਸਾਊਥ ਅਫਰੀਕਾ ਦਾ ਸ਼ਹਿਰ ਹੈ ਜੀ, ਜੋਹਾਨਸਬਰਗ ਦੇ ਵਿੱਚ ਪਹਿਲੀ ਜੇਲ੍ਹ ਹੁੰਦੀ ਹੈ। 1910 ਦੇ ਵਿੱਚ ਕੀ ਹੈ ਜੀ, ਇਹਨਾਂ ਨੇ ਕੀ ਕੀਤਾ ਗਾ, ਟੋਲਸਟੇ ਫਾਰਮ ਖੋਲ੍ਹਿਆ ਜੀ, ਕਿੱਥੇ? ਜੋਹਾਨਸਬਰਗ ਦੇ ਵਿੱਚ, ਠੀਕ ਹੈ ਜੀ ਗੱਲ। 1914 ਦੇ ਵਿੱਚ ਇਹਨਾਂ ਨੂੰ ਕੇਸਰੇ ਹਿੰਦ ਅਵਾਰਡ ਮਿਲਿਆ ਜੀ, ਠੀਕ ਹੈ। ਇੱਥੇ ਲਿਖਦਾ ਜੀ ਕੇਸਰੇ ਹਿੰਦ ਅਵਾਰਡ, ਪੇਪਰ 'ਚ ਪੁੱਛ ਸਕਦੇ ਆ ਕਿ ਕਿਹਨੂੰ ਮਿਲਿਆ, ਤਾਂ ਤੁਸੀਂ ਕਹੋਗੇ ਜੀ ਗਾਂਧੀ ਨੂੰ ਮਿਲਿਆ। ਬਿਲਕੁਲ ਮਿਲਿਆ ਜੀ, ਕਦੋਂ? 1914 ਦੇ ਵਿੱਚ, ਠੀਕ ਹੈ ਜੀ ਗੱਲ। ਤਾਂ ਗਾਂਧੀ ਨੂੰ ਨੱਥੂ ਰਾਮ ਗੋਡਸੇ ਨੇ ਗੋਲੀ ਮਾਰਤੀ ਸੀ, ਠੀਕ ਹੈ ਜੀ ਗੱਲ। ਇਹ ਵੀ ਗੱਲ ਤੁਸੀਂ ਯਾਦ ਰੱਖੋਗੇ। ਤਾਂ ਹੋਰ ਦੱਸ ਦਿੰਦਾ ਤੁਹਾਨੂੰ ਮੈਂ, ਜਿਵੇਂ ਗਾਂਧੀ ਦੇ ਲਾਸਟ ਵਰਡ ਕੀ ਸੀਗੇ, ਤਾਂ ਤੁਸੀਂ ਕਹੋਗੇ ਜੀ ਹੇ ਰਾਮ, ਠੀਕ ਹੈ ਜੀ ਗੱਲ। ਮਹਾਤਮਾ ਗਾਂਧੀ ਨੇ ਕੀ ਹੈ ਜੀ, ਇੱਕੋ ਇੱਕ INC ਦਾ ਸੈਸ਼ਨ ਹੈ ਜਿਹੜਾ ਉਹਨੂੰ ਹੈੱਡ ਕੀਤਾ ਗਾ, ਤਾਂ ਕਿਹੜਾ ਸੈਸ਼ਨ ਹੈ ਜੀ? 1924 ਦਾ, ਠੀਕ ਹੈ ਜੀ, ਜਿਹਨੂੰ ਕਹਿੰਦੇ ਆ ਬੇਲਗਾਮ, ਠੀਕ ਹੈ। ਇੰਨੀ ਗੱਲ ਤੁਸੀਂ ਯਾਦ ਰੱਖਣੀ ਹੈ। ਟ੍ਰੀਟੀ ਆਫ ਸ੍ਰੀਰੰਗਪਟਨਮ ਇਨ ਈਅਰ, ਦੇਖੋ ਜੀ ਪਹਿਲਾਂ ਤਾਂ ਇਹਦਾ ਮੈਂ ਤੁਹਾਨੂੰ ਜਵਾਬ ਦੇ ਦਿੰਦਾ, ਜਿਹੜਾ ਇਹਦਾ ਸਹੀ ਆਨਸਰ ਆਊਗਾ ਜੀ ਉਹ ਕੀ ਆਊਗਾ? 1792 ਦਾ ਸਹੀ ਆਨਸਰ ਆਊਗਾ। ਹੁਣ ਇਹਦੀ ਹਿਸਟਰੀ ਕਿਵੇਂ ਜੁੜਦੀ ਹੈ ਦੇਖੋ ਜੀ। ਤੁਸੀਂ ਜਾਣਦੇ ਹੋਵੋਗੇ ਐਂਗਲੋ ਮਾਇਸੋਰ ਵਾਰ। ਮਾਇਸੋਰ ਕਿੱਥੇ ਹੈ ਜੀ? ਕਰਨਾਟਕਾ ਦੇ ਵਿੱਚ। ਉੱਥੇ ਇੱਕ ਸਟੇਟ ਸੀਗੀ ਜਿੱਥੇ ਹੈੱਡ ਕੌਣ ਕਰ ਰਿਹਾ ਸੀਗਾ ਜੀ? ਹੈਡਰ ਅਲੀ, ਠੀਕ ਹੈ। ਅਤੇ ਟਿੱਪੂ ਸੁਲਤਾਨ ਦਾ ਤੁਸੀਂ ਨਾਂ ਸੁਣਿਆ ਹੋਊਗਾ, ਠੀਕ ਹੈ ਜੀ। ਤਾਂ ਪੇਪਰ ਤੁਹਾਨੂੰ ਬਸ ਸਿੱਧਾ ਪੁੱਛਣਗੇ ਕਿੰਨੀਆਂ ਲੜਾਈਆਂ ਨੇ ਜਿਹੜੀਆਂ ਐਂਗਲੋ ਮਾਇਸੋਰ ਵਾਰ ਦੀਆਂ ਹੋਈਆਂ ਨੇ, ਤਾਂ ਤੁਸੀਂ ਕਹੋਗੇ ਜੀ 4 ਲੜਾਈਆਂ ਹੋਈਆਂ ਨੇ, ਠੀਕ ਹੈ। ਤਾਂ ਪਹਿਲੀ ਕਦੋਂ ਹੋਈ? ਤੁਸੀਂ ਕਹੋਗੇ ਜੀ 1766 ਤੋਂ ਲੈ ਕੇ 1769 ਤੱਕ ਹੋਈ। ਦੂਜੀ ਜਿਹੜੀ ਹੋਈ ਜੀ 1780 ਤੋਂ ਲੈ ਕੇ 84 ਤੱਕ ਹੋਈ। ਤੀਜੀ ਜਿਹੜੀ ਹੋਈ ਜੀ ਉਹ ਕਦੋਂ ਹੋਈ ਜੀ? 1790 ਤੋਂ ਲੈ ਕੇ 92 ਤੱਕ ਹੋਈ। ਚੌਥੀ ਜਿਹੜੀ ਹੋਈ ਜੀ ਉਹ ਕਦੋਂ ਹੋਈ ਜੀ? 1799, ਠੀਕ ਹੈ ਜੀ। ਤਾਂ ਤੀਜੀ ਲੜਾਈ ਦੇ ਵਿੱਚ ਕੀ ਹੋਇਆ ਜੀ? 1792 ਦੇ ਵਿੱਚ ਟ੍ਰੀਟੀ ਆਫ ਸ੍ਰੀਰੰਗਪਟਨਮ ਜਿਹੜੀ ਸੀਗੀ ਉਹ ਟਿੱਪੂ ਸੁਲਤਾਨ ਦੇ ਨਾਲ ਕੀ ਹੋ ਗਈ? ਸਾਈਨ ਹੋ ਗਈ ਸੀਗੀ, ਠੀਕ ਹੈ। ਟਿੱਪੂ ਸੁਲਤਾਨ ਸੀ ਜਿਹੜਾ ਜੀ, ਠੀਕ ਹੈ, ਉਹ ਜੈਕੋਬੀਅਨ ਕਲੱਬ ਦਾ ਕੀ ਸੀਗਾ ਜੀ? ਮੈਂਬਰ ਸੀਗਾ। ਪੇਪਰ 'ਚ ਕਈ ਵਾਰ ਪੁੱਛ ਲੈਂਦੇ ਨੇ ਜੈਕੋਬੀਅਨ ਕਲੱਬ ਦਾ ਮੈਂਬਰ ਕੌਣ ਸੀ, ਤਾਂ ਤੁਸੀਂ ਕਹੋਗੇ ਟਿੱਪੂ ਸੁਲਤਾਨ ਸੀਗਾ, ਠੀਕ ਹੈ ਜੀ। ਅਤੇ ਇਹਨੇ ਆਪਦੀ ਕਿਹੜੀ ਕੈਪੀਟਲ ਸੀ ਉਹ ਸ੍ਰੀਰੰਗਪਟਨਮ ਬਣਾਈ ਸੀਗੀ, ਠੀਕ ਹੈ। ਅਤੇ ਹੋਰ ਆਪਾਂ ਇਹਦੇ ਬਾਰੇ ਕੀ ਯਾਦ ਰੱਖ ਸਕਦੇ ਹਾਂ ਟਿੱਪੂ ਸੁਲਤਾਨ ਬਾਰੇ? ਮਿਜ਼ਾਈਲ ਜਿਹੜੀ ਮਤਲਬ ਪਹਿਲੀ ਚਲਾਈ ਸੀਗੀ ਜਿਹੜੀ, ਉਹ ਕਿਹਨੇ ਚਲਾਈ ਸੀ? ਟਿੱਪੂ ਸੁਲਤਾਨ ਨੇ ਚਲਾਈ ਸੀਗੀ, ਠੀਕ ਹੈ ਜੀ ਗੱਲ। ਅਤੇ ਆਪਾਂ ਮਿਜ਼ਾਈਲ ਮੈਨ ਆਫ ਇੰਡੀਆ ਪੇਪਰ 'ਚ ਕਈ ਵਾਰ ਪੁੱਛ ਲੈਣ, ਠੀਕ ਹੈ। ਮੈਨੂੰ ਯਾਦ ਆ ਗਿਆ ਕੁਐਸਚਨ, ਮਿਜ਼ਾਈਲ ਮੈਨ ਆਫ ਇੰਡੀਆ ਤਾਂ ਕਿਹਨੂੰ ਕਿਹਾ ਜਾਂਦਾ ਜੀ? ਡਾਕਟਰ APJ ਅਬਦੁਲ ਕਲਾਮ ਜੀ ਨੂੰ ਕਿਹਾ ਜਾਂਦਾ ਹੈ, ਠੀਕ ਹੈ ਜੀ। ਪਹਿਲੇ ਜਿਹੜੇ ਸਾਇੰਟਿਸਟ ਪ੍ਰੈਜ਼ੀਡੈਂਟ ਸੀ ਪੇਪਰ 'ਚ ਪੁੱਛ ਲੈਣਗੇ ਤਾਂ ਕੌਣ ਸੀਗੇ ਜੀ? ਡਾਕਟਰ APJ ਅਬਦੁਲ ਕਲਾਮ ਸੀਗੇ, ਠੀਕ ਹੈ ਜੀ। ਅਟੈਂਪਟ ਟੂ ਮਰਡਰ ਹਾਰਡਿੰਗ ਬਾਏ, ਹਾਰਡਿੰਗ ਇੱਕ ਮਤਲਬ ਆਪਣਾ ਵਾਇਸਰਾਏ ਸੀਗਾ ਲਾਰਡ ਹਾਰਡਿੰਗ, ਉਦੋਂ ਮਰਡਰ ਕਰਨ ਦਾ ਜਿਹੜਾ ਅਟੈਂਪਟ ਕੀਤਾ ਸੀ ਤਾਂ ਕਿਹਨੇ ਕੀਤਾ ਸੀ? ਤਾਂ ਤੁਸੀਂ ਸਿੱਧਾ ਯਾਦ ਰੱਖੋਗੇ, ਪੇਪਰ 'ਚ ਆਉਂਦਾ ਜੀ ਇਹ, ਕਿਉਂਕਿ ਮੈਚ ਕਰਨੇ ਆ ਜਾਂਦੇ ਨੇ ਕਈ ਵਾਰ। ਤਾਂ ਰਾਸ ਬਿਹਾਰੀ ਬੋਸ ਐਂਡ ਬਸੰਤ ਕੁਮਾਰ ਇਹਦੇ ਵਿੱਚ ਕੀ ਸੀਗੇ? ਸ਼ਾਮਲ ਸੀਗੇ, ਇਹਨਾਂ ਨੇ ਅਟੈਂਪਟ ਕੀਤਾ ਸੀ। ਇਹਦਾ ਜਿਹੜਾ ਸਹੀ ਆਨਸਰ ਆਊਗਾ D ਆਪਸ਼ਨ ਆਊਗਾ ਜੀ, ਠੀਕ ਹੈ ਜੀ ਗੱਲ। ਰਾਮ ਪ੍ਰਸਾਦ ਬਿਸਮਿਲ ਬਾਰੇ ਅਤੇ ਅਸ਼ਫਕੁੱਲਾ ਇਹ ਕਿਹਦੇ ਨਾਲ ਸੰਬੰਧਿਤ ਨੇ ਜੀ? ਕਕੋਰੀ ਟ੍ਰੇਨ ਰੋਬਰੀ ਦੇ ਨਾਲ ਸੰਬੰਧਿਤ ਨੇ, ਜਿਹੜੀ ਕਿ ਕਦੋਂ ਹੋਈ ਜੀ? 1925 ਦੇ ਵਿੱਚ। ਕਿੱਥੇ? ਲਖਨਊ ਦੇ ਵਿੱਚ। ਲਖਨਊ ਦੇ ਵਿੱਚ ਕਿੱਥੇ ਜੀ? ਸਹਾਰਨਪੁਰ, ਠੀਕ ਹੈ। ਵੈਸੇ ਤੁਹਾਨੂੰ ਇੰਨਾ ਡੀਪ ਨਹੀਂ ਪੁੱਛੂਗਾ, ਤੁਹਾਨੂੰ ਸਿਰਫ ਈਅਰ ਪੁੱਛ ਸਕਦਾ ਹੈ, ਠੀਕ ਹੈ ਜੀ ਗੱਲ। ਇਹ ਯਾਦ ਰੱਖੋਗੇ ਤੁਸੀਂ। ਅਤੇ ਭਗਤ ਸਿੰਘ ਬਾਰੇ ਤਾਂ ਤੁਸੀਂ ਜਾਣਦੇ ਹੀ ਹੋ। ਨੌਜਵਾਨ ਸਭਾ, ਪੰਜਾਬ ਨੌਜਵਾਨ ਸਭਾ 1926 ਦੇ ਵਿੱਚ ਕਿਹਨੇ ਬਣਾਈ ਜੀ? ਭਗਤ ਸਿੰਘ ਨੇ ਬਣਾਈ ਸੀ। ਸੰਧੂ ਜੱਟ ਫੈਮਿਲੀ ਤੋਂ ਇਹ ਕੀ ਸੀਗੇ ਜੀ? ਬਿਲੋਂਗ ਕਰਦੇ ਸੀਗੇ। ਵਾਈ ਆਈ ਐਮ ਅਥੀਸਟ ਇਹਨਾਂ ਦੀ ਕੀ ਸੀਗੀ ਜੀ? ਕਿਤਾਬ ਸੀਗੀ। ਭਗਤ ਸਿੰਘ ਨੇ ਕੀ ਕੀਤਾ ਸੀਗਾ ਜੀ? ਅਸੈਂਬਲੀ ਦੇ ਵਿੱਚ ਬੰਬ ਸਿੱਟਿਆ ਸੀਗਾ, ਕਿਹਦੇ ਨਾਲ ਜੀ? ਬੱਟੂ ਕੇਸ਼ਵਰ ਦੱਤ ਦੇ ਨਾਲ। ਪੇਪਰ 'ਚ ਕਈ ਵਾਰ ਪੁੱਛ ਲੈਂਦੇ ਨੇ। ਅਤੇ ਹੋਰ ਆਪਾਂ ਕੀ ਯਾਦ ਰੱਖ ਸਕਦੇ ਹਾਂ? 1907 ਦੇ ਵਿੱਚ ਭਗਤ ਸਿੰਘ ਦਾ ਕੀ ਹੋਇਆ ਸੀਗਾ? ਜਨਮ ਹੋਇਆ ਸੀਗਾ ਜੀ, ਠੀਕ ਹੈ। ਇਹ ਵੀ ਗੱਲ ਤੁਸੀਂ ਯਾਦ ਰੱਖਣੀ ਹੈ। ਅਤੇ ਬਸ ਇੱਥੇ ਊਧਮ ਸਿੰਘ ਆਉਣਾ ਸੀਗਾ, ਠੀਕ ਹੈ। ਊਧਮ ਸਿੰਘ ਨੇ 1940 ਦੇ ਵਿੱਚ ਮਾਈਕਲ ਅਡਵਾਇਰ ਨੂੰ ਕੀ ਹੈ ਜੀ? ਗੋਲੀਆਂ ਨਾਲ ਕੀ ਕੀਤਾ ਸੀਗਾ? ਗੋਲੀਆਂ ਨਾਲ ਮਾਰ ਦਿੱਤਾ ਸੀਗਾ, ਠੀਕ ਹੈ ਜੀ। ਕਿੱਥੇ? ਕੌਕਸਟਨ ਹਾਲ। ਪੇਪਰ 'ਚ ਕਈ ਵਾਰ ਪੁੱਛ ਲੈਂਦੇ ਨੇ, ਲੰਡਨ ਦੇ ਵਿੱਚ ਕੌਕਸਟਨ ਹਾਲ ਦੇ ਵਿੱਚ, ਠੀਕ ਹੈ ਜੀ। ਤਾਂ ਇੰਨਾ ਕਹਿੰਦੇ ਹੋਏ ਆਪਾਂ ਆਪਣੀ ਵੀਡੀਓ ਦਾ ਅੰਤ ਕਰਦੇ ਹਾਂ। ਜੇਕਰ ਤੁਹਾਨੂੰ ਇਨਫੋਰਮੇਸ਼ਨ ਵਧੀਆ ਲੱਗਦੀ ਹੈ ਜਿਹੜੀ ਮੈਂ ਕੁਐਸਚਨਾਂ ਦੇ ਨਾਲ ਦਿੰਦਾ, ਤਾਂ ਪਲੀਜ਼ ਲਾਈਕ ਅਤੇ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ।
ਤੁਹਾਡਾ ਜਿਹੜਾ ਲਾਈਕ ਅਤੇ ਕਮੈਂਟ ਕਰਨਾ ਉਹ ਮੇਰੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਅਤੇ ਆਪਾਂ ਹੋਰ ਕੀ ਵਧੀਆ ਐਡ ਕਰ ਸਕਦੇ ਹਾਂ ਤਾਂ ਇਹ ਵੀ ਤੁਸੀਂ ਜ਼ਰੂਰ ਆਪਣੀ ਰਾਏ ਦੇਣੀ ਹੈ। ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ।